ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਕੈਨੇਡਾ ਦੀਆਂ ਹਫ਼ਤਾ ਭਰ ਜਿਹੜੀਆਂ ਖਾਸ ਖਬਰਾਂ ਸਾਹਮਣੇ ਆਈਆਂ ਨੇ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਦੇ ਉੱਪਰ। ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦਾ ਐਲਾਨ 23100 ਨੂੰ IRCC ਜਾਰੀ ਕਰੇਗਾ। ਸੱਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਉੱਠੀ ਮੰਗ, ਕਿਹਾ ਹਮੇਸ਼ਾ ਲਈ ਦਿਓ ਰਾਹਤ। ਅਲਬਰਟਾ ਦੀ ਪ੍ਰੀਮੀਅਰ ਬੋਲੀ ਅਨਵੈਕਸੀਨੇਟਡ ਵਾਸਤੇ, ਕਿਹਾ ਹੋ ਰਿਹਾ ਹੈ ਉਹਨਾਂ ਨਾਲ ਭੇਦਭਾਵ। ਕੈਨੇਡਾ ਵਿੱਚ ਵਧਿਆ ਰੋਜ਼ਗਾਰ, ਬੇਰੁਜ਼ਗਾਰੀ ਦਰ ਆਈ ਹੇਠਾਂ। ਇਸ ਹਫ਼ਤੇ ਕੈਨੇਡਾ ਵੱਲੋਂ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੇ ਬਾਰੇ ਵੱਡਾ ਐਲਾਨ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਕਿੰਨੇ ਮਾਂ-ਬਾਪ ਨੂੰ ਇਨਵੀਟੇਸ਼ਨ ਭੇਜੇ ਜਾਣਗੇ। ਜੀ ਹਾਂ, ਪੈਰੈਂਟਸ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੀ ਡਿਟੇਲ ਸਾਂਝੀ ਕੀਤੀ ਗਈ ਹੈ, ਜਿਸ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਇਸ ਖਬਰ ਵਿੱਚ ਸਾਂਝੀ ਕਰਾਂਗੇ ਕਿ ਕਿੰਨੇ ਸੱਦੇ ਜਾਰੀ ਕੀਤੇ ਜਾਣਗੇ। ਪੈਰੈਂਟਸ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਦੱਸਿਆ ਗਿਆ ਹੈ ਕਿ ਇਸ ਸਾਲ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦੇ ਜ਼ਰੀਏ ਕਿੰਨੇ ਸਪਾਂਸਰ ਭੇਜੇ ਜਾਣਗੇ। ਜੀ ਹਾਂ, ਜਿਸ ਤਰ੍ਹਾਂ ਗੱਲ ਕੀਤੀ ਗਈ ਸੀ ਕਿ ਅਕਤੂਬਰ ਮਹੀਨਾ ਇਮੀਗ੍ਰੇਸ਼ਨ ਵਾਸਤੇ ਕਾਫੀ ਵੱਡਾ ਸਾਬਿਤ ਹੋਵੇਗਾ। ਇਸ ਮਹੀਨੇ ਕਈ ਵੱਡੇ ਐਲਾਨ ਹੋਣਗੇ ਤੇ ਇੱਕ ਖਾਸ ਐਲਾਨ ਹੋ ਚੁੱਕਿਆ ਹੈ, ਜੋ ਕਿ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਸਾਲ 2022 ਦੇ ਨਾਲ ਜੁੜਿਆ ਹੋਇਆ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਜ਼ਰੀਏ 23100 ਸੱਦੇ ਜਾਰੀ ਕੀਤੇ ਜਾਣਗੇ। IRCC ਵੱਲੋਂ ਇਸ ਬਾਰੇ ਸਾਰਾ ਪ੍ਰੋਸੈਸ ਜਾਰੀ ਕਰ ਦਿੱਤਾ ਗਿਆ ਹੈ, ਜਿੱਥੇ ਦੱਸਿਆ ਗਿਆ ਹੈ ਕਿ ਕਿੰਨੀਆਂ ਅਰਜ਼ੀਆਂ ਉਹਨਾਂ ਵੱਲੋਂ PGP ਪ੍ਰੋਗਰਾਮ ਦੇ ਰਾਹੀਂ ਸਵੀਕਾਰ ਕੀਤੀਆਂ ਜਾਣਗੀਆਂ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕਹਿ ਦਿੱਤਾ ਗਿਆ ਹੈ ਕਿ ਅਗਲੇ 2 ਹਫ਼ਤਿਆਂ ਲਈ ਉਨ੍ਹਾਂ ਵੱਲੋਂ 23100 ਸਪਾਂਸਰਸ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣਗੀਆਂ। IRCC ਦਾ ਕਹਿਣਾ ਹੈ ਕਿ ਇਹ ਅੰਕੜਾ ਉਨ੍ਹਾਂ ਦੇ ਟਾਰਗੇਟ ਨੂੰ ਪੂਰਾ ਕਰਨ ਵਾਸਤੇ ਕਾਫੀ ਹੋਵੇਗਾ। IRCC ਵੱਲੋਂ ਉਨ੍ਹਾਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਵੱਲੋਂ ਇਸ ਵਾਸਤੇ ਆਪਣੀਆਂ ਅਰਜ਼ੀਆਂ ਭੇਜੀਆਂ ਜਾਣਗੀਆਂ। ਬਾਅਦ ਦੇ ਵਿੱਚ IRCC ਦੀ ਵੈਬਸਾਈਟ ਦੇ ਉੱਪਰ ਫਾਰਮ ਭਰਨ ਵਾਸਤੇ ਸਪਾਂਸਰ ਕੋਲ 3 ਹਫ਼ਤਿਆਂ ਦਾ ਸਮਾਂ ਹੋਵੇਗਾ। ਇਸ ਤੋਂ ਬਾਅਦ ਲਾਟਰੀ ਦੇ ਰਾਹੀਂ IRCC ਵੱਲੋਂ PGP ਸਾਲ 2020 ਵਾਸਤੇ 10,000 ਅਰਜ਼ੀਆਂ ਦੀ ਚੋਣ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲ IRCC ਵੱਲੋਂ 30,000 ਅਰਜ਼ੀਆਂ ਮਨਜ਼ੂਰ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਉਹਨਾਂ ਵੱਲੋਂ ਦੱਸਿਆ ਗਿਆ ਹੈ ਕਿ PGP ਵਾਸਤੇ ਕੀ ਜ਼ਰੂਰੀ ਰਹਿਣ ਵਾਲਾ ਹੈ। ਸਪਾਂਸਰ ਵਾਸਤੇ ਜ਼ਰੂਰੀ ਹੋਵੇਗਾ ਕਿ IRCC ਦੀ ਵੈਬਸਾਈਟ ਦੇ ਉੱਪਰ ਜਾ ਕੇ ਉਸ ਵੱਲੋਂ ਸਾਰੀ ਜਾਣਕਾਰੀ ਭਰੀ ਜਾਵੇ। ਇਸ ਤੋਂ ਬਾਅਦ ਉਸ ਦਾ 18 ਸਾਲ ਦਾ ਹੋਣਾ ਜ਼ਰੂਰੀ ਹੈ। ਸਪਾਂਸਰ ਕੈਨੇਡਾ ਦੇ ਵਿੱਚ ਰਹਿੰਦਾ ਹੋਣਾ ਚਾਹੀਦਾ ਹੈ। ਸਪਾਂਸਰ ਜਾਂ ਤਾਂ ਕੈਨੇਡੀਅਨ ਸਿਟੀਜ਼ਨ PR ਜਾਂ ਫਿਰ ਪਰਸਨ ਰਜਿਸਟਰਡ ਇਨ ਕੈਨੇਡਾ ਅੰਡਰ ਇੰਡੀਅਨ ਕੈਨੇਡੀਅਨ ਐਕਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਹਾਡੇ ਕੋਲ ਇੰਨਾ ਪੈਸਾ ਹੋਣਾ ਚਾਹੀਦਾ ਹੈ ਕਿ ਤੁਸੀਂ ਜਿਸ ਨੂੰ ਬੁਲਾ ਰਹੇ ਹੋ ਉਸ ਨੂੰ ਪੂਰਾ ਸਪੋਰਟ ਕਰ ਸਕੋ। ਇਸ ਤੋਂ ਇਲਾਵਾ IRCC ਵੱਲੋਂ ਦੱਸਿਆ ਗਿਆ ਹੈ ਕਿ ਕੈਨੇਡੀਅਨਸ ਦੇ ਮਾਂ-ਬਾਪ ਜਾਂ ਫਿਰ ਦਾਦਾ-ਦਾਦੀ ਸੁਪਰ ਵੀਜ਼ਾ ਵਾਸਤੇ ਵੀ ਐਲੀਜੀਬਲ ਹੋਣਗੇ, ਜਿਸ ਦੇ ਵਾਸਤੇ 10 ਸਾਲ ਦਾ ਸਮਾਂ ਹੈ। ਭਾਵ ਕਿ ਉਹ ਇਸ ਜ਼ਰੀਏ 10 ਸਾਲ ਤੱਕ ਕੈਨੇਡਾ ਦੇ ਵਿੱਚ ਰਹਿ ਸਕਦੇ ਨੇ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜੋ ਸਰਕਾਰ ਵੱਲੋਂ ਰਾਹਤ ਦਿੱਤੀ ਗਈ, ਉਸ ਤੋਂ ਬਾਅਦ ਹੁਣ ਇੱਕ ਮੰਗ ਉੱਠ ਰਹੀ ਹੈ। ਦਰਅਸਲ ਫੈਡਰਲ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਜੋ ਵਿਦਿਆਰਥੀਆਂ ਦੇ ਉੱਪਰ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਲੱਗੀ ਹੋਈ ਸੀ, ਉਸ ਨੂੰ ਹੁਣ ਖਤਮ ਕੀਤਾ ਜਾ ਰਿਹਾ ਹੈ। ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਸਰਕਾਰ ਵੱਲੋਂ ਕੀਤਾ ਗਿਆ। ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਕੁਝ ਐਡਵੋਕੇਟਸ ਮੰਗ ਕਰ ਰਹੇ ਨੇ ਕਿ ਇਸ ਨੂੰ ਹੁਣ ਪਰਮਨੈਂਟ ਕੀਤਾ ਜਾਵੇ। ਕੈਨੇਡਾ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ, ਤਾਂ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਇਹ ਰਾਹਤ ਪੂਰੀ ਤਰ੍ਹਾਂ ਹੀ ਦਿੱਤੀ ਜਾਵੇ। ਜੀ ਹਾਂ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਜੋ ਕੰਮ ਕਰਨ ਸੰਬੰਧੀ ਘੰਟਿਆਂ ਦੀ ਰੋਕ ਸੀ, ਉਸ ਨੂੰ ਖਤਮ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਐਡਵੋਕੇਟਸ ਇਹ ਮੰਗ ਕਰ ਰਹੇ ਨੇ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਰੋਕ ਹੈ, ਉਸ ਨੂੰ ਪੂਰੀ ਤਰ੍ਹਾਂ ਹੀ ਖਤਮ ਕਰ ਦੇਣਾ ਚਾਹੀਦਾ ਹੈ। ਦਰਅਸਲ ਕੈਨੇਡਾ ਸਰਕਾਰ ਵੱਲੋਂ ਇੱਕ ਨਵਾਂ ਪਾਇਲਟ ਪ੍ਰੋਜੈਕਟ ਲਿਆਂਦਾ ਗਿਆ, ਜਿਸ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਸੀ, ਉਸ ਨੂੰ ਹਟਾ ਦਿੱਤਾ ਗਿਆ, ਪਰ ਮੰਗ ਹੈ ਕਿ ਇਸ ਨੂੰ ਪਰਮਨੈਂਟ ਕਰ ਦਿੱਤਾ ਜਾਵੇ। ਸ਼ੁੱਕਰਵਾਰ ਨੂੰ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਐਲਾਨ ਕੀਤਾ ਗਿਆ ਕਿ ਫੈਡਰਲ ਸਰਕਾਰ ਕੁਝ ਸਮੇਂ ਵਾਸਤੇ 20 ਘੰਟਿਆਂ ਦੀ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੰਮ ਕਰਨ ਦੀ ਸ਼ਰਤ ਹੈ, ਉਸ ਨੂੰ ਹਟਾ ਰਹੀ ਹੈ। ਇਹ ਕਦਮ ਉਹਨਾਂ ਵੱਲੋਂ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਗਿਆ ਤੇ ਇਸ ਸ਼ਰਤ ਨੂੰ ਕੁਝ ਸਮੇਂ ਤੱਕ ਹੀ ਖਤਮ ਕੀਤਾ ਜਾ ਰਿਹਾ ਹੈ। ਹੁਣ ਅੰਤਰਰਾਸ਼ਟਰੀ ਸਿੱਖ ਐਸੋਸੀਏਸ਼ਨ ਵੱਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਇਸ ਵੇਲੇ ਬਦਲਾਵ ਹੋਣਾ ਚਾਹੀਦਾ ਹੈ। ਉਹਨਾਂ ਵੱਲੋਂ ਇਸ ਬਾਰੇ ਇੱਕ ਪੈਟੀਸ਼ਨ ਵੀ ਸ਼ੁਰੂ ਕੀਤੀ ਗਈ। ਇਸ ਐਸੋਸੀਏਸ਼ਨ ਦੀ ਸ਼ੁਰੂਆਤ ਕਰਨ ਵਾਲੇ ਜਸਪ੍ਰੀਤ ਸਿੰਘ ਵੱਲੋਂ ਵੀ ਸਰਕਾਰ ਨੂੰ ਮੰਗ ਕੀਤੀ ਹੈ। ਇਸ ਤੋਂ ਇਲਾਵਾ NDP ਇਮੀਗ੍ਰੇਸ਼ਨ ਕ੍ਰਿਟਿਕ ਵੀ ਇਸ ਹੱਕ ਦੇ ਵਿੱਚ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਬਦਲਾਵ ਨੂੰ ਪਰਮਨੈਂਟ ਕਰ ਦਿੱਤਾ ਜਾਵੇ।
ਦੱਸ ਦਈਏ ਕਿ ਸਰਕਾਰ ਵੱਲੋਂ ਜੋ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਉਸ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਦਿਲ ਖੋਲ੍ਹ ਕੇ ਸਵਾਗਤ ਕੀਤਾ ਗਿਆ ਹੈ। ਅਲਬਰਟਾ ਦੀ ਪ੍ਰੀਮੀਅਰ ਵੱਲੋਂ ਅਨਵੈਕਸੀਨੇਟਡ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਨਹੀਂ ਲਗਵਾਈ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਇਸ ਭੇਦਭਾਵ ਦਾ ਜ਼ਿਕਰ ਉਹਨਾਂ ਵੱਲੋਂ ਕੀਤਾ ਗਿਆ। ਅਲਬਰਟਾ ਦੀ ਪ੍ਰੀਮੀਅਰ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਉਹ ਭੇਦਭਾਵ ਹੈ ਜੋ ਉਹਨਾਂ ਨੇ ਹੁਣ ਤੱਕ ਕਦੇ ਨਹੀਂ ਦੇਖਿਆ। ਅਲਬਰਟਾ ਦੀ ਪ੍ਰੀਮੀਅਰ ਵੱਲੋਂ ਜਿਹੜੇ ਬਿਨਾਂ ਟੀਕਾ ਲਗਵਾਉਣ ਵਾਲੇ ਲੋਕ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਬਿਆਨ ਜਾਰੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਬਿਨਾਂ ਟੀਕਾ ਲਗਵਾਉਣ ਵਾਲੇ ਅਨਵੈਕਸੀਨੇਟਡ ਨੇ ਉਹਨਾਂ ਨਾਲ ਕਾਫੀ ਭੇਦਭਾਵ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਅਨਵੈਕਸੀਨੇਟਡ ਨੂੰ ਸਭ ਤੋਂ ਵੱਧ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਉਹਨਾਂ ਨੇ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ। ਇਹ ਕਹਿਣਾ ਹੈ ਅਲਬਰਟਾ ਦੀ ਨਵੀਂ ਪ੍ਰੀਮੀਅਰ ਸਮਿਥ ਦਾ। ਉਹਨਾਂ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਉਹਨਾਂ ਦੀ ਕਲਿੱਪ ਸੋਸ਼ਲ ਮੀਡੀਆ ਉੱਪਰ ਵੀ ਕਾਫੀ ਵਾਇਰਲ ਹੋ ਰਹੀ ਹੈ। ਅਲਬਰਟਾ ਦੀ ਪ੍ਰੀਮੀਅਰ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। Well, I guess the way I look at it is that the community that faced the most restrictions on their freedoms in the last year were those who made a choice not to be vaccinated. I don't think I've ever experienced a situation in my lifetime where a person was fired from their job or not allowed to watch their kids play hockey or not allowed to go visit a loved one in long-term care or hospital or not allowed to go get on a plane to either go across the country to see family or even travel across the border. So they have been the most discriminated against group that I've ever witnessed in my lifetime. That's a pretty extreme level of discrimination that we have seen. I don't take away any of the discrimination that I've seen in those other groups that you mentioned, but this has been an extraordinary time in the last year in particular. And I want people to know that I find that unacceptable, that we are not going to create a segregated society on the basis of a medical choice. ਕੈਨੇਡਾ ਵਿੱਚ ਪਹਿਲਾਂ ਦੇ ਮੁਕਾਬਲੇ ਰੋਜ਼ਗਾਰ ਵਧਿਆ ਹੈ। ਰੋਜ਼ਗਾਰ ਦੇ ਵਿੱਚ ਜੋ ਵਾਧਾ ਹੋਇਆ ਇਸ ਬਾਰੇ ਆંકੜੇ ਪੇਸ਼ ਕੀਤੇ ਗਏ ਜੋ ਕਿ ਕੈਨੇਡਾ ਦੀ ਆਰਥਿਕਤਾ ਵਾਸਤੇ ਚੰਗਾ ਦੱਸਿਆ ਜਾ ਰਿਹਾ ਹੈ। ਰੋਜ਼ਗਾਰ ਨੂੰ ਲੈ ਕੇ ਕਈ ਵਾਰ ਖਬਰਾਂ ਸਾਹਮਣੇ ਆਈਆਂ ਨੇ ਤੇ ਹੁਣ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਨੇਡਾ ਤੋਂ ਇੰਪਲੋਇਮੈਂਟ ਬਾਰੇ ਚੰਗੀ ਖਬਰ ਸਾਹਮਣੇ ਆਈ ਜਿੱਥੇ ਕੈਨੇਡਾ ਦੀ ਇੰਪਲੋਇਮੈਂਟ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਹੁਣ ਵਾਧਾ ਦਰਜ ਕੀਤਾ ਗਿਆ। ਦੇਸ਼ ਦੇ ਵਿੱਚ ਅਨਇੰਪਲੋਇਮੈਂਟ ਰੇਟ ਇੱਕ ਮਹੀਨੇ ਵਿੱਚ 0.2% ਤੋਂ 5.2% ਹੇਠਾਂ ਆ ਗਿਆ। ਇਹ ਅੰਕੜਾ ਸਟੈਟਿਸਟਿਕਸ ਕੈਨੇਡਾ ਵੱਲੋਂ ਸਤੰਬਰ ਮਹੀਨੇ ਦੇ ਬਾਰੇ ਜਾਰੀ ਕੀਤਾ ਗਿਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਤੰਬਰ ਮਹੀਨਾ ਰੋਜ਼ਗਾਰ ਵਾਸਤੇ ਚੰਗਾ ਸਾਬਿਤ ਹੋਇਆ। ਕਈ ਸੂਬਿਆਂ ਦੇ ਵਿੱਚ ਰੋਜ਼ਗਾਰ ਵਾਧਾ ਹੋਇਆ ਦਿਖਾਈ ਦਿੱਤਾ। ਇਹਨਾਂ ਸੂਬਿਆਂ ਬਾਰੇ ਦੱਸਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਨੋਵਾ ਸਕੋਸ਼ੀਆ, ਨਿਊ ਬਰਨਸਵਿਕ, ਯੂਕੌਨ ਅਤੇ ਨੁਨਾਵਤ ਦੇ ਵਿੱਚ ਸਤੰਬਰ ਮਹੀਨੇ ਇੰਪਲੋਇਮੈਂਟ ਵਾਧੇ ਦਰਜ ਕੀਤੀ ਗਈ। ਇਸ ਤੋਂ ਇਲਾਵਾ ਓਨਟਾਰੀਓ, ਪ੍ਰਿੰਸ ਐਡਵਰਡ ਆਈਲੈਂਡ ਤੇ ਨਾਰਥ ਵੈਸਟ ਟੈਰੀਟਰੀਜ਼ ਅਜਿਹੀਆਂ ਨੇ ਜਿੱਥੇ ਰੋਜ਼ਗਾਰ ਹੇਠਾਂ ਆਇਆ ਹੈ। ਜ਼ਿਆਦਾ ਨੌਕਰੀਆਂ ਦਾ ਵਾਧਾ ਐਜੂਕੇਸ਼ਨਲ ਸਰਵਿਸਿਜ਼ ਤੇ ਹੈਲਥ ਕੇਅਰ ਐਂਡ ਸੋਸ਼ਲ ਅਸਿਸਟੈਂਸ ਸਰਵਿਸਿਜ਼ ਦੇ ਵਿੱਚ ਦੇਖਣ ਨੂੰ ਮਿਲਿਆ। ਇਸ ਤੋਂ ਇਲਾਵਾ ਮੈਨੂਫੈਕਚਰਿੰਗ, ਇਨਫੋਰਮੇਸ਼ਨ, ਕਲਚਰ ਐਂਡ ਰੀਕ੍ਰੀਏਸ਼ਨ, ਟਰਾਂਸਪੋਰਟੇਸ਼ਨ ਐਂਡ ਵੇਅਰ ਹਾਊਸਿੰਗ, ਪਬਲਿਕ ਐਡਮਿਨਿਸਟ੍ਰੇਸ਼ਨ ਵਰਗੇ ਸੈਕਟਰਸ ਦੇ ਵਿੱਚ ਰੋਜ਼ਗਾਰ ਘੱਟ ਹੋਇਆ ਹੈ। ਇਸ ਤੋਂ ਇਲਾਵਾ ਜਦੋਂ ਰੋਜ਼ਗਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਫੋਰਨ ਵਰਕਰਸ ਦਾ ਲਗਾਤਾਰ ਜ਼ਿਕਰ ਹੋ ਰਿਹਾ ਹੈ। ਹੁਣ ਲੇਬਰ ਦੀ ਘਾਟ ਨੂੰ ਦੇਖਦਿਆਂ ਪਿਛਲੇ ਦਿਨੀ ਸਰਕਾਰ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜੋ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਸੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਜੋ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਸੀ ਉਸ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜੋ ਲੇਬਰ ਦੀ ਘਾਟ ਹੈ ਉਸ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਵੀ ਇਸ ਸਾਲ 4,30,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ ਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹਿਣ ਵਾਲਾ ਹੈ। ਤੇ ਹੁਣ 1 ਨਵੰਬਰ ਨੂੰ ਇੱਕ ਵੱਡਾ ਐਲਾਨ ਹੋਵੇਗਾ ਜੋ ਕਿ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਜਾਵੇਗਾ। ਇਸ ਵਿੱਚ ਦੱਸਿਆ ਜਾਵੇਗਾ ਕਿ ਸਾਲਾਨਾ ਕੈਨੇਡਾ ਵੱਲੋਂ ਕਿੰਨੇ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ। ਬਰੈਂਪਟਨ ਮੇਅਰ ਚੋਣਾਂ ਦੇ ਵਿੱਚ ਕਈ ਉਮੀਦਵਾਰ ਇਸ ਸਮੇਂ ਚੋਣ ਮੈਦਾਨ ਵਿੱਚ ਨੇ। ਕਈ ਉਮੀਦਵਾਰ ਪੰਜਾਬੀ ਮੂਲ ਦੇ ਨੇ ਜਿਨ੍ਹਾਂ ਵੱਲੋਂ ਆਪਣੀ ਕਿਸਮਤ ਅਜ਼ਮਾਈ ਜਾ ਰਹੀ ਹੈ। ਪੰਜਾਬੀ ਮੂਲ ਦੇ ਉਮੀਦਵਾਰਾਂ ਦੇ ਬਾਰੇ ਕੀ ਡਿਟੇਲ ਹੈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਬਰੈਂਪਟਨ ਦੇ ਵਿੱਚ ਜੋ ਮੇਅਰ ਦੀਆਂ ਚੋਣਾਂ ਹੋਣ ਵਾਲੀਆਂ ਨੇ ਉਸ ਦੇ ਵਿੱਚ ਕਈ ਪੰਜਾਬੀ ਮੂਲ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਇਸ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਜਿਸ ਵਿੱਚ ਪਤਾ ਚੱਲਿਆ ਕਿ ਬਰੈਂਪਟਨ ਮੇਅਰ ਚੋਣਾਂ ਵਾਸਤੇ 6 ਵਿੱਚੋਂ 4 ਉਮੀਦਵਾਰ ਪੰਜਾਬੀ ਮੂਲ ਦੇ ਨੇ। ਕੈਲਗਰੀ ਅਤੇ ਐਡਮਿੰਟਨ ਦੇ ਵਿੱਚ ਪੰਜਾਬੀ ਮੂਲ ਦੇ ਮੇਅਰਾਂ ਦੀ ਚੋਣ ਹੋ ਚੁੱਕੀ ਹੈ। ਜੀ ਹਾਂ, ਬਰੈਂਪਟਨ ਦੇ ਵਿੱਚ ਮੇਅਰ ਦੀਆਂ ਚੋਣਾਂ ਜਲਦ ਹੋਣ ਜਾ ਰਹੀਆਂ ਨੇ ਜਿਸ ਵਾਸਤੇ ਕਈ ਪੰਜਾਬੀ ਮੂਲ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।
ਸ਼ਹਿਰ ਵਿੱਚ ਮੇਅਰ ਲਈ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਜਿਨ੍ਹਾਂ ਵਿੱਚੋਂ 4 ਪੰਜਾਬੀ ਮੂਲ ਦੇ ਹਨ। ਪੰਜਾਬੀ ਮੂਲ ਦੇ ਬੌਬ ਦੋਸਾਂਝ ਸਿੰਘ ਕਰੀਬ 30 ਸਾਲ ਪਹਿਲਾਂ ਕੈਨੇਡਾ ਆਏ ਤੇ ਇਸ ਸਮੇਂ ਮੀਡੀਆ ਖੇਤਰ ਨਾਲ ਜੁੜੇ ਹੋਏ ਹਨ। ਹੁਣ ਚੋਣਾਂ ਤੋਂ ਪਹਿਲਾਂ ਬੌਬ ਦੋਸਾਂਝ ਦਾ ਕਹਿਣਾ ਹੈ ਕਿ ਸਿਟੀ ਹਾਲ ਦੇ ਵਿੱਚ ਕਰਪਸ਼ਨ ਦਾ ਭਰਮਾਰ ਹੈ। ਚੋਣ ਜਿੱਤ ਕੇ ਉਹਨਾਂ ਦਾ ਇਹ ਮਕਸਦ ਹੋਵੇਗਾ ਕਿ ਉਹ ਕਰਪਸ਼ਨ ਨੂੰ ਖਤਮ ਕਰਨ ਅਤੇ ਲੋਕਾਂ ਦੀ ਸੇਵਾ ਕੀਤੀ ਜਾਵੇ। ਪੰਜਾਬੀ ਮੂਲ ਦੀ ਨਿੱਕੀ ਕੌਰ ਪੇਸ਼ੇ ਤੋਂ ਵਕੀਲ ਹਨ। ਉਹ ਵੀ ਮੇਅਰ ਦੇ ਤੌਰ ਦੇ ਉੱਪਰ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਉਹਨਾਂ ਦਾ ਮੁਕਾਬਲਾ ਮੌਜੂਦਾ ਮੇਅਰ ਪੈਟਰਿਕ ਬਰਾਊਨ ਦੇ ਨਾਲ ਹੈ। ਇਸ ਨੂੰ ਕਾਫੀ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਹੈ। ਨਿੱਕੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਸਿਟੀ ਹਾਲ ਦੇ ਵਿੱਚ ਕੰਮ ਕਰਨ ਦਾ ਤਜਰਬਾ ਹੈ ਤੇ ਉਹਨਾਂ ਵੱਲੋਂ ਵੋਟਰਾਂ ਨੂੰ ਲਗਾਤਾਰ ਵੋਟ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬੀ ਮੂਲ ਦੀ ਪ੍ਰਭ ਕੌਰ ਮੰਡ ਵੀ ਚੋਣ ਮੈਦਾਨ ਵਿੱਚ ਨੇ। ਇਸ ਦੇ ਨਾਲ ਹੀ ਵਿਦਿਆ ਸਾਗਰ ਵੱਲੋਂ ਵੀ ਆਪਣੀ ਕਿਸਮਤ ਅਜ਼ਮਾਈ ਜਾ ਰਹੀ ਹੈ। ਗੌਤਮ ਵਿਦਿਆ ਸਾਗਰ ਪੇਸ਼ੇ ਤੋਂ ਇੰਜੀਨੀਅਰ ਹਨ। ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਜੇਕਰ ਮੇਅਰ ਬਣਦੇ ਨੇ ਤਾਂ ਉਹਨਾਂ ਵੱਲੋਂ ਵਿਕਾਸ ਦਾ ਕੰਮ ਕੀਤਾ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਮੁੜ ਤੋਂ ਚੋਣ ਮੈਦਾਨ ਵਿੱਚ ਨੇ। ਪੈਟਰਿਕ ਬਰਾਊਨ ਸਾਲ 2018 ਦੇ ਵਿੱਚ ਪਹਿਲੀ ਵਾਰ ਬਰੈਂਪਟਨ ਦੇ ਮੇਅਰ ਬਣੇ। ਬਰਾਊਨ ਹਾਲ ਹੀ ਵਿੱਚ ਵਿੱਤੀ ਨਿਯਮ ਤੋੜਨ ਦੇ ਦੋਸ਼ ਕਾਰਨ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਤੋਂ ਬਾਹਰ ਹੋਏ ਸਨ। ਇਸ ਦੇ ਨਾਲ ਹੀ ਹੋਰਨਾਂ ਸ਼ਹਿਰਾਂ ਵਿੱਚ ਵੀ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ। ਦੱਸਣਯੋਗ ਹੈ ਕਿ ਪਿਛਲੇ ਸਾਲ ਐਲਬਰਟਾ ਸੂਬੇ ਵਿੱਚ ਜੋ ਮਿਊਨਿਸਪਲ ਚੋਣਾਂ ਹੋਈਆਂ, ਉੱਥੇ ਪੰਜਾਬੀ ਮੂਲ ਦੇ ਉਮੀਦਵਾਰਾਂ ਵੱਲੋਂ ਇਤਿਹਾਸ ਰਚਿਆ ਗਿਆ ਤੇ ਆਪਣੀ ਜਿੱਤ ਦਰਜ ਕਰਵਾਈ ਗਈ ਹੈ। ਇਸ ਹਫ਼ਤੇ ਰੂਸ ਵੱਲੋਂ ਵੱਡਾ ਹਮਲਾ ਕੀਤਾ ਗਿਆ, ਜਿੱਥੇ ਯੂਕਰੇਨ ਦੀਆਂ 14 ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਾਦਸੇ ਵਿੱਚ ਕਈ ਸਿਵਲੀਅਨਸ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਦੱਸੇ ਗਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਤਮਾਮ ਲੀਡਰਸ ਨੇ, ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਨਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਦਿਖਾਈ ਦਿੱਤੇ। ਰੂਸ ਵੱਲੋਂ ਯੂਕਰੇਨ ਦੀਆਂ 14 ਥਾਵਾਂ ਦੇ ਉੱਪਰ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਆਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਵੱਡੇ ਪੱਧਰ ਦੇ ਉੱਪਰ ਰਸ਼ੀਆ ਦਾ ਹੁਣ ਵਿਰੋਧ ਹੋ ਰਿਹਾ ਹੈ। ਦੱਸ ਦਈਏ ਕਿ ਯੂਕਰੇਨ ਦੀਆਂ 14 ਥਾਵਾਂ ਦੇ ਉੱਪਰ ਜੋ ਰੂਸ ਵੱਲੋਂ ਹਮਲਾ ਕੀਤਾ ਗਿਆ, ਉਸ ਵਿੱਚ ਕੀਵ ਵੀ ਸ਼ਾਮਿਲ ਹੈ। ਹੁਣ ਤੱਕ ਹਮਲੇ ਦੇ ਵਿੱਚ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਹੜੀਆਂ ਮਿਸਾਈਲਾਂ ਰੂਸ ਵੱਲੋਂ ਯੂਕਰੇਨ ਵੱਲ ਦਾਗੀਆਂ ਗਈਆਂ, ਉਹਨਾਂ ਵਿੱਚੋਂ ਕੁਝ ਸਿਵਲੀਅਨ ਖੇਤਰ ਦੇ ਵਿੱਚ ਵੀ ਗਈਆਂ ਨੇ। ਇਸ ਤੋਂ ਬਾਅਦ UN ਵੱਲੋਂ ਇੱਕ ਮੀਟਿੰਗ ਬੁਲਾਈ ਗਈ, ਜਿੱਥੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਹਮਲੇ ਦਾ ਵਿਰੋਧ ਕੀਤਾ ਗਿਆ, ਜਿਸ ਵਿੱਚ 64 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਇਨ੍ਹਾਂ ਅੰਕੜਿਆਂ ਬਾਰੇ ਯੂਕਰੇਨ ਦੀ ਐਮਰਜੈਂਸੀ ਸਰਵਿਸ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਲਗਾਤਾਰ ਇਸ ਬਾਰੇ ਟਵੀਟ ਵੀ ਕੀਤੇ ਜਾ ਰਹੇ ਨੇ। ਇਸ ਸਭ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੀ ਟਵੀਟ ਸਾਹਮਣੇ ਆਇਆ, ਜਿੱਥੇ ਉਹਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਫੋਰਨ ਮਿਨਿਸਟਰ ਦਾ ਵੀ ਇੱਕ ਟਵੀਟ ਸਾਹਮਣੇ ਆਇਆ, ਜਿਸ ਵਿੱਚ ਉਹਨਾਂ ਨੇ ਇਸ ਨੂੰ ਸ਼ੌਕਿੰਗ ਅਤੇ ਹੌਰੀਫਾਈਂਗ ਦੱਸਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਿਵਲੀਅਨਸ ਨੂੰ ਨਿਸ਼ਾਨਾ ਬਣਾਉਣਾ ਵਾਰ ਕ੍ਰਾਈਮ ਹੈ ਤੇ ਰਸ਼ੀਆ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਕਿਹਾ ਗਿਆ ਹੈ ਕਿ ਉਹ ਯੂਕਰੇਨ ਦੇ ਲੋਕਾਂ ਦੇ ਨਾਲ ਖੜੇ ਨੇ। ਇਸ ਤੋਂ ਇਲਾਵਾ ਰਸ਼ੀਆ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਵੀ ਬਿਆਨ ਸਾਹਮਣੇ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਹਮਲਾ ਯੂਕਰੇਨ ਦੇ ਟੈਰਰਿਸਟ ਐਕਸ਼ਨ ਦਾ ਜਵਾਬ ਹੈ, ਜਿੱਥੇ ਇੱਕ ਬ੍ਰਿਜ ਨੂੰ ਨਿਸ਼ਾਨਾ ਬਣਾਇਆ ਗਿਆ। When it comes a daily routine to watch images of destroyed cities and scattered bodies, we lose our humanity. We must find a political solution based on the UN Charter and the international law. We need to keep the door open for diplomacy. The fighting between Russia and Ukraine must stop. As the General Assembly has decided in its resolution adopted on March the 2nd, 2022, I quote, "Troops of the Russian Federation must be withdrawn from the territory of Ukraine within its internationally recognized borders." End of quote. What is the alternative? A world without shared rules. A world without peace. A world without future.
we must recommit to the values, principles and purposes of the Charter. If we want to move forward as a global community, we must provide answers. The world is looking to us. ਕਿੰਗ ਚਾਰਲਸ ਦੀ ਤਾਜਪੋਸ਼ੀ ਅਗਲੇ ਸਾਲ ਹੋਵੇਗੀ। ਮਈ ਮਹੀਨੇ ਦੀ ਤਾਰੀਖ ਇਸ ਵਾਸਤੇ ਤੈਅ ਕੀਤੀ ਗਈ ਹੈ। ਇਹ ਜਾਣਕਾਰੀ ਬਕਿੰਗਮ ਪੈਲੇਸ ਵੱਲੋਂ ਸਾਂਝੀ ਕੀਤੀ ਗਈ। ਦੱਸ ਦਈਏ ਕਿ ਕੁਈਨ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਕਿੰਗ ਚਾਰਲਸ ਨੂੰ ਉਹਨਾਂ ਦਾ ਅਹੁਦਾ ਦਿੱਤਾ ਗਿਆ। ਕਿੰਗ ਚਾਰਲਸ III ਦੀ ਤਾਜਪੋਸ਼ੀ ਕਦੋਂ ਹੋਵੇਗੀ, ਇਸ ਦੀ ਤਾਰੀਖ ਨਿਰਧਾਰਿਤ ਕਰ ਲਈ ਗਈ ਹੈ। ਜੀ ਹਾਂ, ਅਗਲੇ ਸਾਲ ਮਈ ਮਹੀਨੇ ਦੌਰਾਨ 6 ਤਰੀਕ ਨੂੰ ਕਿੰਗ ਚਾਰਲਸ ਨੂੰ ਤਾਜ ਪਹਿਨਾਇਆ ਜਾਵੇਗਾ। ਉਹਨਾਂ ਦੀ ਤਾਜਪੋਸ਼ੀ ਵਾਸਤੇ 6 ਮਈ 2023 ਦਾ ਸਮਾਂ ਤੈਅ ਕੀਤਾ ਗਿਆ ਹੈ। ਇਸ ਦੌਰਾਨ ਵੈਸਟਮਿੰਸਟਰ ਐਬੀ ਦੇ ਵਿੱਚ ਇਹ ਸੈਰੇਮਨੀ ਦੇਖਣ ਨੂੰ ਮਿਲੇਗੀ, ਜਿਸ ਬਾਰੇ ਬਕਿੰਗਮ ਪੈਲੇਸ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਇਸ ਬਾਰੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਤੇ ਨਾਲ ਹੀ ਦੱਸਿਆ ਗਿਆ ਕਿ ਇਹ ਸੈਰੇਮਨੀ ਕਿਸ ਤਰ੍ਹਾਂ ਦੀ ਹੋਣ ਵਾਲੀ ਹੈ ਤੇ ਇਸ ਦੇ ਵਿੱਚ ਕੌਣ-ਕੌਣ ਸ਼ਾਮਿਲ ਹੋ ਸਕਦਾ ਹੈ। ਦੱਸ ਦਈਏ ਕਿ ਕੁਈਨ ਐਲਿਜ਼ਾਬੈਥ ਦੀ 8 ਸਤੰਬਰ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਚਾਰਲਸ ਰਾਜਾ ਬਣ ਗਏ। ਚਾਰਲਸ ਦੀ ਇਸ ਸਮੇਂ ਉਮਰ 73 ਸਾਲ ਹੈ। ਉਹਨਾਂ ਨੂੰ 10 ਸਤੰਬਰ ਨੂੰ ਰਾਜਾ ਐਲਾਨ ਦਿੱਤਾ ਗਿਆ। ਇਸ ਵਾਸਤੇ ਲੰਡਨ ਦੇ ਵਿੱਚ ਇੱਕ ਸੈਰੇਮਨੀ ਦੇਖਣ ਨੂੰ ਮਿਲੀ। ਹੁਣ ਜੋ ਸਾਲ 2023 ਦੌਰਾਨ ਸੈਰੇਮਨੀ ਹੋਵੇਗੀ, ਉਸ ਨੂੰ ਟੈਲੀਵਿਜ਼ਨ ਦੇ ਉੱਪਰ ਵੀ ਪ੍ਰਸਾਰਿਤ ਕੀਤਾ ਜਾਣਾ ਹੈ। 10 ਸਤੰਬਰ ਨੂੰ ਕਿੰਗ ਚਾਰਲਸ ਨੂੰ ਆਟਵਾ ਦੇ ਵਿੱਚ ਕੈਨੇਡਾ ਦਾ ਹੈੱਡ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਸ ਵੇਲੇ ਦਿਖਾਈ ਦਿੱਤੇ ਸਨ। ਜਾਣਕਾਰੀ ਲਈ ਦੱਸ ਦਈਏ ਕਿ ਕੁਈਨ ਐਲਿਜ਼ਾਬੈਥ ਦੀ ਤਾਜਪੋਸ਼ੀ 2 ਜੂਨ 1953 ਦੌਰਾਨ ਹੋਈ ਸੀ। ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਇਹ ਅਹੁਦਾ ਉਹਨਾਂ ਨੂੰ ਦਿੱਤਾ ਗਿਆ ਤੇ ਹੁਣ ਕਿੰਗ ਚਾਰਲਸ ਨੂੰ ਇਹ ਤਾਜ ਮਿਲਣ ਜਾ ਰਿਹਾ ਹੈ। ਅਲਬਰਟਾ ਸੂਬੇ ਵੱਲੋਂ ਇੱਕ ਖਾਸ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਮੀਗ੍ਰੇਸ਼ਨ ਡਿਟੈਂਸ਼ਨ ਐਗਰੀਮੈਂਟ ਉਹਨਾਂ ਵੱਲੋਂ ਹੁਣ ਖਤਮ ਕੀਤਾ ਜਾ ਰਿਹਾ ਹੈ। ਇਹ ਸਮਝੌਤਾ ਜੋ ਬਾਰਡਰ ਏਜੰਸੀ ਨਾਲ ਕੀਤਾ ਗਿਆ ਸੀ, ਉਸ ਨੂੰ ਰੱਦ ਕੀਤੇ ਜਾਣ ਦੀ ਖਬਰ ਸਾਹਮਣੇ ਆਈ। ਇਸ ਤੋਂ ਪਹਿਲਾਂ ਕਈ ਸੂਬੇ ਅਜਿਹਾ ਕਦਮ ਚੁੱਕ ਚੁੱਕੇ ਨੇ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆਈ ਹੈ, ਜਿੱਥੇ ਅਲਬਰਟਾ ਵੱਲੋਂ ਜੇਲ੍ਹਾਂ ਦੇ ਵਿੱਚ ਇਮੀਗ੍ਰੇਸ਼ਨ ਨਜ਼ਰਬੰਦੀ ਨੂੰ ਖਤਮ ਕੀਤਾ ਜਾਵੇਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸਮਝੌਤਾ ਖਤਮ ਕਰਨ ਵਾਸਤੇ ਨੋਟਿਸ ਮਿਲਿਆ ਹੈ। ਜੀ ਹਾਂ, ਅਲਬਰਟਾ ਵੱਲੋਂ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਪ੍ਰਵਾਸੀ ਨਜ਼ਰਬੰਦ ਕੈਦੀਆਂ ਨੂੰ ਸੂਬੇ ਦੀ ਜੇਲ੍ਹ ਵਿੱਚ ਰੱਖਣ ਸੰਬੰਧੀ ਇਕਰਾਰਨਾਮਾ ਖਤਮ ਕੀਤਾ ਜਾ ਰਿਹਾ ਹੈ। ਏਜੰਸੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪ੍ਰੋਵਿੰਸ ਸਰਕਾਰ ਵੱਲੋਂ ਵਿਵਸਥਾ ਖਤਮ ਕਰਨ ਸੰਬੰਧੀ ਨੋਟਿਸ ਮਿਲਿਆ। ਹਾਲਾਂਕਿ ਅਲਬਰਟਾ ਸਰਕਾਰ ਨੇ ਇਸ ਦੀ ਪੁਸ਼ਟੀ ਜਾਂ ਫਿਰ ਇਨਕਾਰ ਨਹੀਂ ਕੀਤਾ। ਅਲਬਰਟਾ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਵੱਲੋਂ CBSA ਨੂੰ ਇਸ ਵਿਵਸਥਾ ਸਮਾਪਤ ਕਰਨ ਦਾ ਨੋਟਿਸ ਕਦੋਂ ਦਿੱਤਾ ਗਿਆ ਸੀ ਤੇ ਕਿਹੜੀ ਤਾਰੀਖ ਨੂੰ ਇਹ ਹੁਣ ਖਤਮ ਹੋਣ ਜਾ ਰਿਹਾ ਹੈ। ਦੱਸ ਦਈਏ ਕਿ 2 ਹੋਰ ਸੂਬੇ ਵੀ CBSA ਨਾਲ ਸਮਝੌਤਾ ਖਤਮ ਕਰ ਚੁੱਕੇ ਹਨ। ਜੁਲਾਈ ਸਾਲ 2022 ਵਿੱਚ ਬ੍ਰਿਟਿਸ਼ ਕੋਲੰਬੀਆ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਸੀ। ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਕਿਹਾ ਗਿਆ ਸੀ ਕਿ ਸਮਝੌਤੇ ਨੂੰ ਰਿਵਿਊ ਕਰਨ ਦੇ ਉਹਨਾਂ ਨੂੰ ਇਹ ਪਤਾ ਚੱਲੇ ਕਿ ਇਹ ਬ੍ਰਿਟਿਸ਼ ਕੋਲੰਬੀਆ ਸਰਕਾਰ ਦੀ ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ ਵਚਨਬੱਧਤਾ ਨਾਲ ਮੇਲ ਨਹੀਂ ਖਾਂਦਾ। ਸਤੰਬਰ ਸਾਲ 2022 ਦੇ ਵਿੱਚ ਨੋਵਾ ਸਕੋਸ਼ੀਆ ਵੱਲੋਂ ਵੀ ਸਮਝੌਤਾ ਰੱਦ ਕਰਨ ਦਾ ਫੈਸਲਾ ਲਿਆ ਗਿਆ। ਦੋਵੇਂ ਮਾਮਲਿਆਂ ਦੇ ਵਿੱਚ CBSA ਨੂੰ 12 ਮਹੀਨੇ ਪਹਿਲਾਂ ਲਿਖਤੀ ਨੋਟਿਸ ਦੇਣਾ ਜ਼ਰੂਰੀ ਸੀ, ਜਿਸ ਦਾ ਅਰਥ ਹੈ ਕਿ ਦੋਵੇਂ ਸੂਬਿਆਂ ਦੇ ਵਿੱਚ ਪ੍ਰਵਾਸੀਆਂ ਦੀ ਕੈਦ ਦਾ ਵਰਤਾਰਾ ਘੱਟੋ-ਘੱਟ 2023 ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਇੱਕ ਹੋਰ ਸੂਬਾ ਵੀ ਇਸ ਨੂੰ ਲੈ ਕੇ ਵਿਚਾਰ ਕਰ ਰਿਹਾ ਹੈ। ਸਸਕੈਚੁਆਨ ਸਰਕਾਰ ਵੱਲੋਂ ਇਹ ਸੰਕੇਤ ਦਿੱਤੇ ਗਏ ਨੇ ਕਿ ਉਹ CBSA ਨਾਲ ਇਹ ਸਮਝੌਤੇ ਦੀ ਸਮੀਖਿਆ ਕਰ ਰਹੇ ਨੇ, ਪਰ ਫਿਲਹਾਲ ਇਸ ਬਾਰੇ ਬਹੁਤੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਓਨਟਾਰੀਓ, ਕਿਊਬੈਕ ਤੇ ਨਿਊ ਬਰਨਸਵਿਕ CBSA ਨਾਲ ਇਮੀਗ੍ਰੇਸ਼ਨ ਨਜ਼ਰਬੰਦੀ ਸਮਝੌਤਾ ਰੱਦ ਕਰਨ ਤੋਂ ਇਨਕਾਰ ਕਰ ਰਹੇ ਹਨ। ਤਿੰਨਾਂ ਪ੍ਰੋਵਿੰਸਸ ਨੇ CBSA ਨੂੰ ਸਮਝੌਤਾ ਰੱਦ ਕਰਨ ਵਾਸਤੇ ਨੋਟਿਸ ਨਹੀਂ ਦਿੱਤੇ ਅਤੇ ਹਾਲ ਦੀ ਘੜੀ ਉਹਨਾਂ ਦੀ ਇਮੀਗ੍ਰੇਸ਼ਨ ਨਜ਼ਰਬੰਦ ਕੈਦੀਆਂ ਨੂੰ ਆਪਣੀਆਂ ਜੇਲ੍ਹਾਂ ਵਿੱਚ ਜਾਰੀ ਰੱਖਣ ਦੀ ਯੋਜਨਾ ਹੈ। ਜਾਣਕਾਰੀ ਲਈ ਦੱਸ ਦਈਏ ਕਿ ਸਾਲ 2015 ਤੋਂ 2020 ਦਰਮਿਆਨ ਤਕਰੀਬਨ 2000 ਮਾਈਗ੍ਰੈਂਟਸ ਹਰ ਸਾਲ ਸੂਬਾਈ ਜੇਲ੍ਹਾਂ ਦੇ ਵਿੱਚ ਕੈਦ ਹੋ ਰਹੇ ਸਨ। ਕੈਨੇਡਾ ਵਾਲੇ ਤਿਆਰ ਹੋ ਜਾਓ, ਕਿਉਂਕਿ ਉਹਨਾਂ ਨੂੰ ਹੁਣ ਨੈਟਫਲਿਕਸ ਦਾ ਸਸਤਾ ਪਲਾਨ ਮਿਲਣ ਜਾ ਰਿਹਾ ਹੈ। ਜੀ ਹਾਂ, ਨੈਟਫਲਿਕਸ ਵੱਲੋਂ ਇਹ ਗੱਲ ਸਾਂਝੀ ਕੀਤੀ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਕੈਨੇਡਾ ਵਾਸੀ ਹੁਣ ਸਸਤਾ ਪਲਾਨ ਲੈ ਸਕਣਗੇ। ਇਸ ਦੀ ਮਹੀਨਾਵਾਰ ਕੀਮਤ ਕਿੰਨੀ ਹੋਏਗੀ ਇਹ ਵੀ ਉਹਨਾਂ ਵੱਲੋਂ ਦੱਸਿਆ ਗਿਆ, ਪਰ ਇੱਕ ਸ਼ਰਤ ਹੈ ਕਿ ਜਿਹੜੇ ਦੇਖਣ ਵਾਲੇ ਨੇ ਉਹਨਾਂ ਨੂੰ ਮਸ਼ਹੂਰੀਆਂ ਵੀ ਦੇਖਣੀਆਂ ਪੈਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਨਵੈਸਟਮੈਂਟ ਦਾ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਇਸ ਨਾਲ ਕਿਸ ਨੂੰ ਫਾਇਦਾ ਹੋਵੇਗਾ। ਪ੍ਰਧਾਨ ਮੰਤਰੀ ਨੇ ਇਸ ਬਾਰੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀਡੀਓ ਸਾਂਝੀ ਕੀਤੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਹੈਮਿਲਟਨ ਵਾਸਤੇ ਪਿਛਲੇ ਦਿਨੀ ਇੱਕ ਵੱਡਾ ਐਲਾਨ ਕੀਤਾ ਗਿਆ। ਇੱਥੇ ਇਨਵੈਸਟਮੈਂਟ ਦੀ ਜਾਣਕਾਰੀ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਸੀ। ਹੁਣ ਇਸ ਬਾਰੇ ਤਾਜ਼ਾ ਅਪਡੇਟ ਜਾਰੀ ਕਰਦੇ ਹੋਏ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਿਖਾਈ ਦਿੱਤੇ, ਜਿੱਥੇ ਉਹਨਾਂ ਵੱਲੋਂ ਇਸ ਇਨਵੈਸਟਮੈਂਟ ਨੂੰ ਵਰਕਰਸ ਅਤੇ ਆਰਥਿਕਤਾ ਵਾਸਤੇ ਇੱਕ ਚੰਗੀ ਖਬਰ ਦੱਸਿਆ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਸ ਦੀ ਇੱਕ ਤਾਜ਼ਾ ਵੀਡੀਓ ਜਾਰੀ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਕੀ ਕਹਿਣਾ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਸ ਸਭ ਬਾਰੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Just over a year ago, we announced a historic investment in the future of this plant. We invested $400 million to help Dofasco phase out coal-fired steelmaking and move to electric furnaces. And today, we're seeing how this project means real results. To begin with, we're creating as many as 2,500 good jobs on construction of the project, while, importantly, securing the future of workers here at the Hamilton plant. We're also helping Dofasco become the world's first major steel producer to move to this cleaner process. That's a huge competitive advantage in a world using steel in everything from electric vehicles to skyscrapers, and with increasing pressure by clients and consumers to make sure that that steel is as green as possible. And of course, while we're doing all that, we're also keeping our air clean here at home. This investment will help cut pollution equivalent to taking almost 1 million cars off the road. Vous savez, plus tôt cette semaine, j'ai visité Rio Tinto au Québec pour annoncer un investissement majeur dans la production de minéraux critiques ici au Canada. Aujourd'hui, on est ici pour voir les effets positifs du soutien à l'acier propre canadien. Lorsqu'on appuie les travailleurs et l'industrie canadienne, notre avenir est prometteur. ਨੈਟਫਲਿਕਸ ਕੈਨੇਡਾ ਹੁਣ ਸਸਤਾ ਪਲਾਨ ਪੇਸ਼ ਕਰਨ ਜਾ ਰਿਹਾ ਹੈ, ਪਰ ਇਸ ਦੇ ਵਾਸਤੇ ਹੁਣ ਵਿਗਿਆਪਨ ਦੇਖਣੇ ਜ਼ਰੂਰੀ ਹੋਣਗੇ। ਜੀ ਹਾਂ, ਇਹ ਕਦਮ ਨੈਟਫਲਿਕਸ ਕੈਨੇਡਾ ਵੱਲੋਂ ਚੁੱਕਿਆ ਜਾ ਰਿਹਾ ਹੈ, ਜਿੱਥੇ ਸਸਤਾ ਪਲਾਨ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਤੀ ਮਹੀਨੇ ਦੇ ਹਿਸਾਬ ਦੇ ਨਾਲ ਸਬਸਕ੍ਰਿਪਸ਼ਨ ਦੀ ਕੀਮਤ $5.99 ਰੱਖੀ ਜਾਵੇਗੀ। ਜਾਣਕਾਰੀ ਮੁਤਾਬਕ ਨੈਟਫਲਿਕਸ ਆਪਣੇ ਕੈਨੇਡੀਅਨ ਦਰਸ਼ਕਾਂ ਨੂੰ ਇੱਕ ਸਸਤਾ ਮਹੀਨਾਵਾਰ ਪਲਾਨ ਦੇ ਰਿਹਾ ਹੈ। ਇਸ ਆਪਸ਼ਨ ਦੇ ਵਿੱਚ ਦਰਸ਼ਕਾਂ ਨੂੰ ਵਿਗਿਆਪਨ ਵੀ ਦੇਖਣੇ ਪੈਣਗੇ। ਕੰਪਨੀ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ 1 ਨਵੰਬਰ ਤੋਂ ਨਵੀਂ ਵਿਗਿਆਪਨ ਸਮਰਪਿਤ ਸਟ੍ਰੀਮਿੰਗ ਸ਼ੁਰੂ ਹੋ ਰਹੀ ਹੈ, ਜਿਸ ਦੀ ਮੰਥਲੀ ਸਬਸਕ੍ਰਿਪਸ਼ਨ $5.99 ਹੋਵੇਗੀ। ਇਹ ਕੀਮਤ ਨੈਟਫਲਿਕਸ ਦੇ ਵਿਗਿਆਪਨ ਮੁਕਤ ਪਲਾਨ ਤੋਂ ਕਾਫੀ ਘੱਟ ਹੈ। ਨੈਟਫਲਿਕਸ ਦਾ ਵਿਗਿਆਪਨ ਮੁਕਤ ਪਲਾਨ $9.99 ਪ੍ਰਤੀ ਮਹੀਨੇ ਤੋਂ ਸ਼ੁਰੂ ਹੋ ਕੇ $20.99 ਪ੍ਰਤੀ ਮਹੀਨੇ ਤੱਕ ਪੈਂਦਾ ਹੈ। ਇਸ ਦੀ ਬਚਤ ਦੇ ਬਦਲੇ ਨੈਟਫਲਿਕਸ ਦਾ ਕਹਿਣਾ ਹੈ ਕਿ ਦਰਸ਼ਕ ਆਪਣੇ ਟੀਵੀ ਸ਼ੋਜ਼ ਅਤੇ ਫਿਲਮਾਂ ਤੋਂ ਪਹਿਲਾਂ ਅਤੇ ਇਹਨਾਂ ਦੇ ਦੌਰਾਨ ਪ੍ਰਤੀ ਘੰਟੇ ਔਸਤਨ 4 ਤੋਂ 5 ਮਿੰਟ ਦੇ ਵਿਗਿਆਪਨ ਦੇਖਣਗੇ। ਹਾਲਾਂਕਿ ਨੈਟਫਲਿਕਸ ਲਾਇਬ੍ਰੇਰੀ ਵਿੱਚ ਹਰ ਚੀਜ਼ ਇਸ ਸਸਤੀ ਵਿਗਿਆਪਨ ਆਧਾਰਿਤ ਸਟ੍ਰੀਮਿੰਗ ਤੇ ਉਪਲਬਧ ਨਹੀਂ ਹੋਵੇਗੀ ਤੇ ਟਾਈਟਲਸ ਨੂੰ ਡਾਊਨਲੋਡ ਕਰਨ ਦਾ ਵੀ ਆਪਸ਼ਨ ਨਹੀਂ ਹੋਵੇਗਾ। ਇਸ ਸਭ ਬਾਰੇ ਨੈਟਫਲਿਕਸ ਦਾ ਕਹਿਣਾ ਹੈ ਕਿ ਨਵੇਂ ਵਿਗਿਆਪਨ ਟੀਅਰ ਦੇ ਨਾਲ ਉਸਦੇ ਮੌਜੂਦਾ ਪਲਾਨਸ ਦੀ ਕੀਮਤ ਪ੍ਰਭਾਵਿਤ ਨਹੀਂ ਹੋਵੇਗੀ। ਕੰਪਨੀ ਵੱਲੋਂ ਦੱਸਿਆ ਗਿਆ ਕਿ ਇਹ ਕਦਮ ਉਹਨਾਂ ਨੇ ਕਿਉਂ ਚੁੱਕਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕਦਮ ਚੁੱਕਿਆ ਗਿਆ, ਜੋ ਆਮ ਤੌਰ ਦੇ ਉੱਪਰ ਹੁਣ ਰਵਾਇਤੀ ਟੀਵੀ ਨਹੀਂ ਦੇਖਦੇ। ਨਾਲ ਹੀ ਕੰਪਨੀ ਨੇ ਵਿਗਿਆਪਨ ਤੋਂ ਆਮਦਨ ਦਾ ਇੱਕ ਨਵਾਂ ਰਾਹ ਵੀ ਲੱਭ ਲਿਆ। ਇਸ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਨੈਟਫਲਿਕਸ ਦੇ ਕਈ ਪ੍ਰਤੀਯੋਗੀਆਂ ਨੇ ਵਿਗਿਆਪਨ ਸਮਰਪਿਤ ਸਟ੍ਰੀਮਿੰਗ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਹ ਮਹੀਨਾਵਾਰ ਸਬਸਕ੍ਰਿਪਸ਼ਨ ਦੀ ਕੀਮਤ ਨੂੰ ਘਟਾ ਕੇ ਵੱਧ ਤੋਂ ਵੱਧ ਲੋਕਾਂ ਨੂੰ ਆਕਰਸ਼ਿਤ ਕਰ ਸਕਣ। ਨੈਟਫਲਿਕਸ ਅਮਰੀਕਾ, ਬ੍ਰਾਜ਼ੀਲ, ਫਰਾਂਸ ਤੇ ਯੂਕੇ ਦੇ ਵਿੱਚ ਇਹ ਸਬਸਕ੍ਰਿਪਸ਼ਨ ਕੈਨੇਡਾ ਤੋਂ 2 ਦਿਨ ਬਾਅਦ ਜਾਣੀ 3 ਨਵੰਬਰ ਨੂੰ ਸ਼ੁਰੂ ਕਰੇਗਾ। ਅਮਰੀਕਾ ਵਿੱਚ ਇਸ ਪਲਾਨ ਦੀ ਕੀਮਤ $6.99 ਹੋਏਗੀ, ਜੋ ਕਿ ਡਿਜ਼ਨੀ ਪਲੱਸ ਦੇ ਪਲਾਨ ਤੋਂ $1 ਘੱਟ ਅਤੇ HBO ਮੈਕਸ ਦੇ ਪਲਾਨ ਤੋਂ $3 ਘੱਟ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ ਦਾ ਐਲਾਨ 23,100 ਨੂੰ IRCC ਜਾਰੀ ਕਰੇਗਾ। ਸੱਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਉੱਠੀ ਮੰਗ, ਕਿਹਾ ਹਮੇਸ਼ਾ ਲਈ ਦਿਓ ਰਾਹਤ। ਅਲਬਰਟਾ ਦੀ ਪ੍ਰੀਮੀਅਰ ਬੋਲੀ ਅਨਵੈਕਸੀਨੇਟਡ ਵਾਸਤੇ, ਕਿਹਾ ਹੋ ਰਿਹਾ ਹੈ ਉਹਨਾਂ ਨਾਲ ਭੇਦਭਾਵ। ਕੈਨੇਡਾ ਵਿੱਚੋਂ ਵਧਿਆ ਰੋਜ਼ਗਾਰ, ਬੇਰੁਜ਼ਗਾਰੀ ਦਰ ਆਈ ਹੇਠਾਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।